ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸੁਰਵਾਈ। ਜਿਨ ਕੋ ਨਦਰ ਕਰਨੋ ਹਿਰਦੈ ਤਿਨਾ ਸਮਾਣੇ। ਪੀਵੋ ਅੰਮ੍ਰਿਤ ਸਦਾਰੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਤੁਧ ਆਖੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣ ਮੇਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਪਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਤੇਗ ਬਹਾਦਰ ਸਿੰਦਰੀਆ, ਘਰ ਨਾਮ ਤੇ ਆਵੇ ਤਾਈ। ਸਭ ਤਾਈ ਸਤਿਕਾਰਯੋਗ ਸਤਿਗੁਰਾਂ ਦੇ ਸਾਜੇ ਨਿਵਾਜੇ, ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਬੇਅੰਤ ਸੰਗਤਾਂ ਮਨਾ ਰਹੀਆਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਸੰਗਤਾਂ ਯਾਦ ਕਰਦੀਆਂ ਨੇ। ਆਓ ਥੋੜਾ ਸਮਾਂ ਰਲ ਮਿਲ ਕੇ ਆਪਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਥੋੜੀ ਝਾਤ ਪਾਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਨੇ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕੀਤਾ, ਕਿਸ ਤਰ੍ਹਾਂ ਸੰਗਤਾਂ ਨੂੰ ਉਪਦੇਸ਼ ਕੀਤੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਘਰ ਤੇ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ 1621 ਦੇ ਵਿੱਚ। 1621
ਅੱਜ ਪੂਰੇ 400 ਸਾਲ ਹੋ ਗਏ। 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਨੇ, ਸਾਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਆ। ਆਪਾਂ ਅਰਦਾਸ ਕਰਦੇ ਆ, ਅਰਦਾਸ ਦੇ ਵਿੱਚ ਸ਼ਬਦ ਆਉਂਦਾ ਹੈ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਤ ਆਵੈ ਸਾਈ, ਸਭ ਥਾਈ ਹੋਏ ਸਹਾਈ। ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਿਮਰੀਏ, ਉਹਨਾਂ ਦੀ ਬਾਣੀ ਨੂੰ ਬੜੇ ਪਿਆਰ ਦੇ ਨਾਲ ਅਸੀਂ ਪੜ੍ਹੀਏ, ਉਸ ਬਾਣੀ ਦੇ ਉੱਤੇ ਅਸੀਂ ਅਮਲ ਕਰੀਏ, ਤਾਂ ਗੁਰੂ ਸਾਹਿਬ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਤ ਆਵੈ ਤਾਈ। ਆ ਜਿਹੜਾ ਹਿਰਦਾ ਰੂਪੀ ਘਰ ਹੈ, ਇਹਦੇ ਵਿੱਚ 9 ਨਿਧੀਆਂ 18 ਸਿੰਘੀਆਂ ਉਹਨਾਂ ਦਾ ਵਾਸ ਹੋ ਜਾਂਦਾ। ਭਾਵ ਕਿ ਜਿਵੇਂ ਲੋਕੇ ਜਪ ਕਰਦੇ ਨੇ, ਯੋਗ ਸਾਧਨਾ ਕਰਦੇ ਹੈ, ਯੋਗ ਸਾਧਨਾ ਕਰ ਕਰਕੇ ਇੱਕ ਦਿਨ ਰਿੱਧੀਆਂ ਸਿੱਧੀਆਂ ਨੂੰ ਪ੍ਰਗਟ ਕਰ ਲੈਂਦੇ ਨੇ। ਪਰ ਗੁਰੂ ਸਾਹਿਬ ਕਹਿੰਦੇ, ਭਾਈ ਤੂੰ ਗੁਰਬਾਣੀ ਨੂੰ ਹੀ ਸਮਝ, ਗੁਰਬਾਣੀ ਤੇ ਅਮਲ ਕਰ। ਇਹੀ 9 ਨਿਧੀਆਂ ਦਾ ਖਜ਼ਾਨਾ ਹੈ, ਤੇਰੇ ਅੰਦਰ ਨੂੰ ਸਵਾਰ ਕੇ ਰੱਖ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਕਿਹਨਾਂ ਦੇ ਜੀ? ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸ਼ਬਦ ਨੂੰ ਆਪਣੇ ਹਿਰਦੇ ਰੂਪੀ ਘਰ 'ਚ ਵਸਾ ਲੈਂਦੇ ਨੇ, ਮਾਨੋ ਉਹਨਾਂ ਦੇ ਮਗਰ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ, ਪਿੱਛੇ। ਜਦੋਂ ਅਸੀਂ ਗੁਰੂ ਸਾਹਿਬ ਦੇ ਨਾਲ ਟੁੱਟ ਜਾਂਦੇ ਆ, ਫਿਰ ਸਾਡੇ ਪੱਲੇ ਨਹੀਂ ਕੱਖ ਰਹਿੰਦਾ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਤ ਆਵੈ ਤਾਏ, ਸਭ ਥਾਈ ਹੋਏ ਸਹਾਈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ 1621 ਨੂੰ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 5 ਭਰਾ ਸਨ, 1 ਭੈਣ ਸੀ। ਬਾਬਾ ਗੁਰਦਿੱਤਾ ਜੀ, ਸੂਰਜਮਲ, ਅਲੀ ਰਾਏ, ਬਾਬਾ ਅਟਲ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਬੀਬੀ ਪੀਲੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ਗੁਰੂ ਤੇਗ ਬਹਾਦਰ ਸਾਹਿਬ। ਜਦੋਂ ਪ੍ਰਕਾਸ਼ ਹੋਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੁੱਤਰ ਦਾ ਨਾਮ ਰੱਖਿਆ ਤੇਗ ਬਹਾਦਰ। ਤੇ ਜਦੋਂ ਵੱਡੇ ਹੋਏ, ਜੰਗਾਂ ਯੁੱਧਾਂ ਦਾ ਸਮਾਂ ਸੀ, ਮਾਹੌਲ ਸੀ, ਤੇਗ ਫੜ ਕੇ ਜੰਗ ਦੇ ਵਿੱਚ ਲੜਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ, ਤਿਆਗ ਵਾਲਾ ਨਹੀਂ, ਇਹ ਤੇ ਸਾਡਾ ਤੇਗ ਬਹਾਦਰ ਹੈ।
ना पै गया तेग बहादुर साहब। अज असी धन श्री गुरु तेग बहादुर साहब अगे जिन्हां ने नगर वसाए, आनंदपुर साहब की धरती को वसाया, चक नानकी करके ना रखिया। बाद दे विच आनंदा दे पुरे आनंदपुर साहब ओहदा नाम होया। अपने नेड़े का शहर पटियाला ये भी गुरु तेग बहादुर साहब महाराज ने वसाया। प्रचारक दौरिया पे बड़े थावां ते गए, समाने आए, पटियाला तरनतारन साहब बड़े थावां ते प्रचारक दौरे भी किए गुरु तेग बहादुर साहब महाराज ने। ते गुरबाणी भी उच्चारण की। सारी की सारी बाणी धन श्री गुरु ग्रंथ साहब महाराज जी के विच जिन्नी भी गुरु तेग बहादुर साहब महाराज जी की बाणी है, सारी की सारी बाणी वैराग में है। कहते जिन्ना चिर बंदे के अंदर वैराग नहीं उन्ना चिर अगे नहीं निकल। वैराग ही नहीं भी किसी नाल बोलना ही नहीं, किसी नाल गल नहीं करनी, इदा नहीं किया गुरु साहब ने। गुरु साहब कहते अपने काम तुसीं मस्त रहो, अपने काम नूं करो, कम्मां तो भजना थोड़ा ही है भी हुण वैराग है जी हुण ते काम ही नहीं करते। इदां नहीं गुरु तेग बहादुर साहब महाराज ने अपनी जिम्मेवारियां निभाते रहे सारियां। जदों गुरु तेग बहादुर साहब महाराज जी ने भरा बाबा अटल राय उन्होंने अपना शरीर त्यागया, उदों गुरु तेग बहादुर साहब महाराज जी के मन से काफी डूंगा असर पिया। क्योंकि भैन भरावां का जिहड़ा प्यार हुंदा है इहदे विच एक वखरी खिच हुंदी है। अज ठीक है असी प्यार नहीं करते एक दूजे को, चाहे एक मां दे जाए अज असी एक दूजे तो एक दूजे के नाल प्यार नहीं करते। जे प्यार करते हैं जमीना जायदादां ते पैसिਆਂ नाल करते हैं। पहला प्यार करते सी एक दूजे के नाल, एक दूजे के नाल प्यार करते सी। ते गुरु तेग बहादुर साहब महाराज वो ऐसी शख्सियत के मालिक सन भी दूजे के लिए अपना आप भी कुर्बान करना पिया, अपना आप भी कुर्बान करना पिया। गुरु तेग बहादुर साहब महाराज जदों आनंदपुर साहब रहते हैं तो
ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇੱਕੋ ਪੁੱਤ ਹੈ ਗੋਬਿੰਦ ਰਾਏ, ਜਿਹੜੇ ਬਾਅਦ ਸਾਡੇ ਗੁਰੂ ਬਣੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਕਸ਼ਮੀਰ ਤੋਂ ਚੱਲ ਕੇ ਪੰਡਤ ਆਏ, ਅੱਖਾਂ ਦੇ ਵਿੱਚ ਅਥਰੂ ਨੇ, ਰੋਂਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ਨੂੰ ਉਪਦੇਸ਼ ਕਰਦੇ ਆ, ਸੰਗਤਾਂ ਦੇ ਨਾਲ ਵਿਚਾਰ ਕਰਦੇ ਨੇ। ਤੇ ਗੋਬਿੰਦ ਰਾਏ ਪੌਣੇ 9 ਸਾਲ ਦੀ ਉਮਰ ਕੋਲ ਖੜੇ, ਕਸ਼ਮੀਰੀ ਪੰਡਤਾਂ ਨੇ ਆ ਕੇ ਆਖਿਆ, ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਬਹੁਤ ਵੱਡਾ ਖਤਰਾ ਹੈ, ਖਤਰਾ ਹੈ ਸਾਡੇ ਧਰਮ। ਆਖਿਆ ਕੀ ਹੋ ਗਿਆ? ਕਹਿੰਦੇ ਸਾਡੇ ਧਰਮ ਨੂੰ ਇੰਨਾ ਵੱਡਾ ਖਤਰਾ ਪੈ ਗਿਆ ਵੀ ਜਿਹੜਾ ਔਰੰਗਜ਼ੇਬ ਬਾਦਸ਼ਾਹ ਉਹ ਕਹਿੰਦਾ ਮੈਂ ਸਾਰੀ ਦੁਨੀਆ ਨੂੰ ਮੁਸਲਮਾਨ ਬਣਾ ਦੇਣਾ। ਸਾਡੇ ਜਿਹੜੇ ਜੰਜੂ ਨੇ ਉਹਨਾਂ ਨੂੰ ਜਬਰੀ ਉਤਾਰਿਆ ਜਾ ਰਿਹਾ ਹੈ, ਜਬਰੀ ਸੁਨਨਤ ਕਰਕੇ ਸਾਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ, ਸਾਡਾ ਧਰਮ ਪਰਿਵਰਤਨ ਹੋ ਰਿਹਾ ਹੈ। ਜਦੋਂ ਇਹ ਗੱਲ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਰੱਖੀ ਤੇ ਪੌਣੇ 9 ਸਾਲ ਦੀ ਉਮਰ ਗੋਬਿੰਦ ਰਾਏ ਆਖਿਆ, ਸੱਚੇ ਪਾਤਸ਼ਾਹ ਜੀ ਇਹ ਕੌਣ ਨੇ ਜਿਹੜੇ ਤੁਹਾਡੇ ਦਰ ਤੇ ਆ ਕੇ ਧਾਹਾਂ ਮਾਰ ਕੇ ਰੋਕੇ? ਸੱਚੇ ਪਾਤਸ਼ਾਹ ਜੀ ਤੁਹਾਡੇ ਦਰ ਤੇ ਜਿਹੜਾ ਵੀ ਆ ਗਿਆ ਉਹ ਖੁਸ਼ ਹੋ ਕੇ ਜਾਂਦਾ ਹੈ, ਤੇ ਇਹ ਧਾਹਾਂ ਮਾਰਦੇ ਨੇ, ਇਹਨਾਂ ਬਾਰੇ ਦੱਸੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਪੈ ਗਿਆ, ਇਹਨਾਂ ਦਾ ਧਰਮ ਔਰੰਗਜ਼ੇਬ ਬਾਦਸ਼ਾਹ ਧੱਕੇ ਦੇ ਨਾਲ ਇਹਨਾਂ ਦੇ ਜਨੇਊ ਉਤਾਰ ਰਿਹਾ ਹੈ, ਧੱਕੇ ਦੇ ਨਾਲ ਇਹਨਾਂ ਨੂੰ ਮੁਸਲਮਾਨ ਬਣਾ ਰਿਹਾ ਹੈ। ਤੇ ਗੋਬਿੰਦ ਰਾਏ ਜੀ ਕਹਿੰਦੇ ਇਹਦਾ ਫਿਰ ਸੱਚੇ ਪਾਤਸ਼ਾਹ ਕੋਈ ਹੱਲ? ਤੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਕਹਿੰਦੇ ਕੋਈ ਰੰਗਿਆ ਹੋਇਆ ਹੋਵੇ, ਕੋਈ ਰੰਗੇ ਹੋਈ ਰੂਹ ਹੋਵੇ, ਉਹ ਆਪਣੇ ਸੀਸ ਦਾ ਬਲੀਦਾਨ ਦੇਵੇ, ਫਿਰ ਇਹਨਾਂ ਦਾ ਧਰਮ ਬਚ ਸਕਦਾ, ਨਹੀਂ ਇਹਨਾਂ ਦਾ ਧਰਮ ਨਹੀਂ ਬਚ ਸਕਦਾ, ਖਤਰੇ ਤੇ ਪੌਣੇ 9 ਸਾਲ ਦੀ ਉਮਰ ਗੋਬਿੰਦ ਰਾਏ ਉਹਨਾਂ ਨੇ ਆਖਿਆ, ਸੱਚੇ ਪਾਤਸ਼ਾਹ ਤੁਹਾਡੇ ਤੋਂ ਵੱਧ ਰੰਗੀ ਹੋਈ ਰੂਹ ਕੌਣ ਹੋ ਸਕਦੀ ਹੈ? ਫਿਰ ਤੁਸੀਂ ਇਹਨਾਂ ਦਾ ਧਰਮ ਬਚਾ ਦਿਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ, ਬੇਟਾ ਤੇਰੀ ਉਮਰ ਛੋਟੀ ਹੈ, ਤੂੰ ਅਨਾਥ ਹੋ ਜਾਏਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ, ਸੱਚੇ ਪਾਤਸ਼ਾਹ
आख्या तेरी मां विधवा हो गई। कहते सच्चे पातशाह मैं अपनी मां नूं विधवा देख सकदा पर मैं इन्नियां मावां नूं विधवा नहीं देख सकदा। गुरु गोबिंद सिंह महाराज गुरु तेग बहादुर साहब महाराज ने घुट के अपने सीने नाल ला लिया अपने पुत नूं। आख्या ठीक है बेटा। उन्हें कश्मीरी पंडितां नूं आख्या, कश्मीरी पंडितां नूं आख्या भी औरंगजेब बादशाह नूं कह दो भी साडे गुरु गुरु तेग बहादुर साहब महाराज जी नूं तुसीं अपने धर्म च लियाओ। जे गुरु तेग बहादुर साहब महाराज मुसलमान बन जाते हैं तो असीं चाह दे नाल मुसलमान बन जाएंगे सारे। विश्वास दिलाता फिर उही होया। अज कोई सिख गुरु तेग बहादुर साहब महाराज जी दे याद करे ना करे, कोई सिख गुरु तेग बहादुर साहब महाराज जी का प्रकाश पुरब शहीदी पुरब गुरता गति दिवस मनावे ना मनावे, पर जेड़े हिंदू धर्म नाल संबंध रखते हैं वो जरूर गुरु तेग बहादुर साहब महाराज जी का प्रकाश पुरब उन्होंने ज्योति जोत समाउण पुरब उन्होंने जरूर मनाना चाहिए अपने हिसाब से। क्योंकि जे गुरु तेग बहादुर साहब महाराज अपने शीश का बलिदान ना देते अज आ मंदिरों के विच टल ना खड़कते, अज जेडे हिंदू धर्म के विच उन्हां दे मत्थे ते तिलक लाए जाते हैं, हो सकता है अज वो तिलक की प्रथा ना होती। क्योंकि धक्का बहुत हो रहा है, पर धक्के के नालों प्यार ज्यादा ताकत होती है, प्यार के धक्के नालों। औरंगजेब बादशाह वो धक्का करता सी ते बाबा फरीद साहब जी की विचार जी सी वो प्यार की सी। कहते औरंगजेब बादशाह उन्हें मुसलमान नहीं बना सकिया जिन्हें बाबा फरीद साहब जी के विचार नाल बने। साच कहो सुन लियो सब जिन प्रेम कियो तिन ही प्रभ पायो। जिन्होंने प्यार किया होता है वो मालिक नूं पा लेंगे है भाई। जेडे कलियां गल्लां वाले होंदे ने वो खाली रह जाते हैं, वो किसी मंजिल ते ही पहुंचा करते जेडे कल्ले गल्लां वाले होंदे ने। पूछत पथक ते मार्ग न धारा पग प्रीतम के देश कैसे वादन से जाइए। गल्लां नाल नहीं भाई चलना पैंदा चलना। ते गुरु तेग बहादुर साहब महाराज उन्होंने लंबा समा संगतां दे नाल गुजारिया, लंबा समा तकरीबन 53 साल गुरु तेग बहादुर साहब महाराज शरीर करके रहे। पहचानने वाले अज भी गुरु ग्रंथ साहब महाराज जी के विचों धन श्री गुरु तेग बहादुर साहब महाराज जी को देखते हैं। उन्होंने बाणी धन श्री गुरु ग्रंथ साहब महाराज जी दर्ज जिहड़े श्लोक असीं भोग तो पहला पढ़ते हैं ना, वैराग मेरी श्लोक उन्होंने जब पढ़ी गए
मन दे विचों सारे थोड़े खत्म हो जाते हैं, सारे थोड़े। गुरु तेग बहादुर साहब महाराज जी की बाणी इस तरह की खिच वाली बाणी, बाणी सारी ही धन श्री गुरु ग्रंथ साहब महाराज जी जितनी भी बाणी है सारी दे विच खिच है। पर गुरु तेग बहादुर साहब महाराज जी की जिहड़ी बाणी है वो सारी की सारी मन को संबोधन होकर गुरु साहब ने की, मन को संबोधन हो जे असीं गुरु तेग बहादुर साहब महाराज जी की बाणी को विचार के देखते हैं ना, तो गुरु तेग बहादुर साहब महाराज कहते मन रे गहे न गुरु उपदेश। मन को संबोधन होकर गुरु साहब ने सारी की सारी बाणी उच्चारण की, सारी की सारी बाणी। ते गुरु तेग बहादुर साहब महाराज मन को संबोधन होकर कहते हैं, समझाते सानू सारियां नूं ने भाई, सारियां नूं। मन रे कहे हो ना गुरु उपदेश, कहते गुरु का उपदेश है ग्रहण नहीं किया, भाव के गुरु की गल नूं मन्निया नहीं। जे असीं गुरु की गल नूं मन्नांगे नहीं फिर अगे किवें तुरांगे जदों मन्ने नहीं। जदों मन्निया नहीं फिर अगे किवें तुरांगे। भाई गुरदास साहब कहते पूछत है वैद खात औखद न समझे सै, कैसे बिकै रोग सुख सहज समाइए। कहते वैद कोले गए थे दवाई भी लियांदी पर कहते उन्होंने ग्रहण नहीं किया तरीके दे नाल। हर एक चीज वास्ते तरीका होना चाहिए, हर एक चीज वास्ते कोई विध होनी चाहिए है। जे असीं तरीके तो बिना चलांगे ना फिर पल्ले नहीं कख पैंदा। जदों तरीके दे नाल चलांगे फिर मंजिलां मिल जांदियां ने। जब तरीके नाल चलते हैं हुण बाणी नूं तो दुनिया ही पढ़ती है भाई, पर जिन्हां ने बाणी नूं समझिया अपने जीवन में लागू किया उन्हां दा जीवन बदल गया। पर जिन्हां ने गुरबाणी नूं समझिया नहीं कल्ला पढ़िया उन्हां दा जीवन नहीं बदलता, उन्हां दा जीवन नहीं बदलता। गणका वर्गियां ने गुरु साहब के वचनां नूं अपने जीवन ते लागू किया तां उन्हां दा नाम गुरु ग्रंथ साहब महाराज ने उचारिया। अजामल बापी वर्गियां ने गुरबाणी नूं समझिया, गुरु नूं समझिया, बचनां नूं समझिया तां किसी मंजिल ते पहुंचे। जे असीं समझ नहीं ना सकांगे तो गुरु साहब कहते कुकर सुकर जोन भरना तो लाज ना आई। कहते अजे तक तेन शर्म नहीं आई भाई तो उसे करी फिरदा लगता है तो मनुख, पर साडियां नजरां जिद्दां है कुकर सुकर जोन भरना। सानू तो इदां लगता है भी कुत्ता फिरदा है, सूर फिरदा है। जे असीं गुरु के शब्दां नूं अपने जीवन के लागू नहीं किया, जे लागू नहीं किया असीं ते बस खाण तक ही सीमित रह गए।
गुरु साहब कहते भाई मन रे कहो ना गुरु उपदेश, ते गुरु का उपदेश जिहड़ा सी उन्होंने अजे तक अपने जीवन से लागू ही नहीं किया, अपने ते ग्रहण नहीं किया। लागू कर, जब असीं गल लागू कर लांगे फिर साडा जीवन बदलना है। गुरु साहब कहते कहाँ भयो जो मूंद मंडायो, भगो कीनो भेस भेस। बहुत लोग ऐसे है, हिंदू धर्म की गल आप कर लो भी हिंदू धर्म दे विच जेड़े बड़े बड़े उन्होंने विद्वान ने, महात्मा ने, उन्होंने धर्म है भी केस कटा लेने, बॉडी रख लेनी, तिलक ला लेना। पर गुरु साहब गुरु तेग बहादुर साहब वाले कहते भाई, कहते कहाँ भयो जो मूंड मुंडायो, कहते सिर दे केस भी बनवा ले, भगवो कीनो भेस। भगवे रंग का चोला पा लिया, भेस बना लिया, ते नाल ये साडे वास्ते भी है गल भी उन्होंने सिर मुंडवा लिया ते असीं वड्डे वड्डे केस रख ले, वड्डी वड्डी दस्तार सजा ली, भेस बना लिया, पर जे अंदरों खोखे आ, अंदरों खाली आ, फिर कहते उसका फायदा है कोई भाई? ਉਹਦਾ ਤੇ कोई फायदा नहीं। फायदा तां है जे असीं गुरु के शब्द नूं अपने जीवन च लागू करिए। लागू तो कीती नहीं गल, भेख बना लिया। भेख बनाउण नाल कोई मंजिल नहीं मिलती, मंजिल थोड़ी मिलती, मंजिल मिलती है चलण करके। जो आप उस रास्ते से चलांगे, चलते 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 एक दिन उस मंजिल से पहुंच जाएंगे जिहड़ी मंजिल वाल नूं असीं चले हैं। कहते कला भेख बनाउण दे नाल नहीं गल बनदी, अपने अंदर नूं अपने आचरण नूं वधिया बनाइए। जे साडा आचरण माड़ा है फिर की है इंसान के पल्ले, फिर तो पशुआ वर्गा। गुरु साहब कहते भाई साथ छाड़ के झूठा लागियो, जन्म अकारथ खोयो। हुण सच की है? परमात्मा का नाम जिहड़ा वो सच है। सच नूं असीं ने छड्डता, झूठ दे नगर लग गए। झूठ जिहड़ा है ना ये इंसान नूं बहुत छे लै जाता है, जिहड़ा झूठ है। ते परमात्मा का नाम सच है, जिहड़ी चीज सच है वो कदे मिटिया नहीं करते। सच जदों असीं गुरु नानक साहब महाराज जी के वचन पढ़ते हैं ना, गुरु नानक साहब महाराज कहते आद सच जुगाद सच है भी सच, नानक होसी भी सच। कहते जदों इस संसार से कोई नहीं सी, उदों भी परमात्मा का नाम सच सी। जदों इस संसार की दुनिया की होड़ हुई, उदों भी परमात्मा का नाम सच सी, ते अज भी परमात्मा का नाम सच है। ते जदों इस संसार में कुछ भी नहीं होना, उदों भी परमात्मा का नाम सच रहना। आद सच जुगाद सच है भी सच, नानक होसी भी सच। ते जदों असीं गुरु नानक साहब महाराज जी के वचन पढ़ते हैं, अरबद नरबद धुंधू काला, भी अरबां साल पहला, खरबां साल पहला जदों इस संसार के
भाई फिर असीं सच दे नाल क्यों नहीं जुड़ते? असीं सच दे नाल जुड़ीए जे अपने जीवन नूं वधिया बनाउणा। जे असीं झूठ दा पल्ला फड़ लिया, झूठ दा, झूठ एक ऐसी चीज है जिहड़ी सानूं बिल्कुल नरकां दे विच डेग दूगी। नरकां दे विच झूठ साथ छाड़ के झूठा लागियो, जन्म अकारथ खोयो। आ जिहड़ा जन्म है सानू अमोलक दात मिली है जिहड़ी, इहनूं असीं इसे तरह ना अजाई ना गवा दीए, अजाई ना गवा दीए। हीरे जैसा जन्म है कौड़ी बदले जाए। हीरे वर्गा है, अमोलक है, ते कौड़ियां दे भाव विकरे, कौड़ियां दे भाव विकरे। इहदी कीमत नहीं जानी, इहदी कीमत नूं जाणीए भाई। कबीर एक अचंभा देखे, हीरा हाट बिकाए, बंजर हारा बाहर कौड़ी बदले जाए। कहते जेड़ा ना हीरा है वो महंगा होता है हीरा, पर कहते भगत कबीर साहब जी कहते कबीर एक अचंभो देखो, कहते एक अचंभे वाली गल देखी असीं। कहते जी की वेखी? हीरा हाट बिकाए, बंजर हारे बाहर कौड़ी बदले जाए। कहते हीरा बेचण वाला दुकान ते गया, दुकानदार को कहता हीरा मैं बेचना तू ले ले। वो कहता ना भाई मेरे बस तो बाहर है, मैं इहनूं खरीद नहीं सकता। वो कहता तू खरीदण वाला बण, मैं ते कौड़ियां दे भाए बेच। आ जिहड़ा शरीर साडा अमोलक दात, असीं कौड़ियां दे भाव इस समय नूं खराब कर रहे हैं। ये अमोलक दात है मिली हुई, इहनूं असीं अजाई ना गवाईए। हीरे जैसा जन्म है कौड़ी बदले जाए। कबीर मानस जन्म दुर्लभ है, होए न बारे बार, जो वन फल पाके भोएगे बहुत न लागे डार। कहते एक बारी दरख्त दे नालों लग्या फल एक बारी टुट गया ना, मुड़ के नाल नहीं लगता। आ जिहड़ा जीवन सानू एक बारी मिले है, एक बारी इहदे विच जिंद निकल गई, मुड़ के नहीं मिलना। इहदी संभाल कर लईए, असीं सच दे नाल जुड़ जाइए, असीं झूठ दा पल्ला छड्ड दईए भाई, झूठ दा पल्ला छड्ड दईए। साथ छाड़ के झूठा लागियो, जन्म अकारथ खोया। खोता बर्बाद करता, नशियां च पै पै के। हुण नशा जिहड़ा है अगला कहता ये नशे दे नाल नींद आउणी है वधिया, पर वो सारा कुछ झूठ है भाई। गुरु साहब कहते कर पर पंच उधर निज भुखियो, पश की न्याई सोयो। कहते सच दा पल्ला छड्ड के ना, सच दा पल्ला छड्ड के तू कहते गलत कामां ते पै गया। कर परपंच, परपंच हुंदा पखंड करने, छल करने, प्रेम करना किसी दे नाल। कर परपंच उधर निज भुखियो, उधर हुंदा पेट। कहते किसी दे नाल धोखा करके, गुरु तेग बहादुर साहब वाले कहते, गुरु तेग बहादुर साहब वाले कहते किसी दे नाल धोखा करके, छल करके, प्रेम करके उधर निज भुखियो। कहते अपना पेट भर के सौ गया तू। कहते असीं की समझते हैं गल नूं,
ਪਸ਼ ਕੀ ਨਿਆਈ ਸੋਇਓ। ਕਹਿੰਦੇ ਏਦਾਂ ਲੱਗਦਾ ਹੈ ਵੀ ਕਿਸੇ ਦੇ ਨਾਲ ਧੋਖਾ ਕਰਕੇ, ਫਰੇਬ ਕਰਕੇ, ਛਲ ਕਰਕੇ ਤੂੰ ਪ੍ਰਸ਼ਾਦਾ ਛਕ ਕੇ ਪੇਟ ਭਰ ਕੇ ਸੌਂ ਗਿਆ ਨਾ। ਕਹਿੰਦੇ ਸਾਨੂੰ ਏਦਾਂ ਲੱਗਦਾ ਵੀ ਪਸ਼ੂ ਸੁੱਤਾ ਪਿਆ। ਪਸ਼ੂ ਪਸ਼ ਕੀ ਨਿਆਈ ਸੋਇਓ। ਹੁਣ ਪਸ਼ੂ ਹੁੰਦਾ ਨਾ, ਉਹ ਖਾ ਖਾ ਕੇ ਸੌਂ ਜਾਂਦਾ। ਪਸ਼ੂ ਦਾ ਕੰਮ ਕੀ ਹੈ? ਖਾਣਾ ਤੇ ਸੌਣਾ। ਤੇ ਜੇ ਅਸੀਂ ਵੀ ਇਸੇ ਤਰ੍ਹਾਂ ਹੀ ਕਰਦੇ ਰਹੇ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਬਹੁਤ ਉਲਾਂਭੇ ਮਿਲਨੇ ਨੇ ਤੈਨੂੰ। ਕਹਿੰਦੇ ਜੀ ਕਿੰਨੇ ਕੁ ਮਿਲਦੇ ਨੇ? ਗੁਰੂ ਸਾਹਿਬ ਕਹਿੰਦੇ 100 ਉਲਾਂਭੇ ਦਿਨੇ ਕੇ ਰਾਤੀ ਮਿਲਣ ਸਹੰਸ। ਕਹਿੰਦੇ ਜੇ ਤੂੰ ਇਸੇ ਤਰ੍ਹਾਂ ਹੀ ਖਾ ਕੇ ਸੌਂਦਾ ਹੀ ਰਿਹਾ, ਇਕੱਲਾ ਲੋਕਾਂ ਨਾਲ ਧੋਖੇ ਕਰਦਾ ਰਿਹਾ, ਫਰੇਬ ਕਰਦਾ ਰਿਹਾ, ਛਲ ਕਰਦਾ ਰਿਹਾ, ਕਹਿੰਦੇ ਫਿਰ ਤੈਨੂੰ ਉਸ ਮਾਲਕ ਵੱਲੋਂ, ਪਰਮਾਤਮਾ ਵੱਲੋਂ ਇੱਕ ਨਹੀਂ 100 ਉਲਾਂਭਾ ਮਿਲਣਾ। 100 ਉਲਾਂਭੇ ਦਿਨੇ ਕੇ ਰਾਤੀ ਮਿਲਣ ਸਹੰਸ। ਕਹਿੰਦੇ ਜੇ ਤੂੰ ਰਾਤ ਨੂੰ ਉਸ ਮਾਲਕ ਨੂੰ ਚੇਤੇ ਕਰਕੇ ਨਹੀਂ ਸੁੱਤਾ, ਗੰਦੇ ਗੀਤ, ਗੰਦੇ ਨਾਟਕ ਵੇਖ ਕੇ ਸੌਂਦਾ ਰਿਹਾ, ਮਾੜੇ ਕੰਮ ਕਰਕੇ ਸੌਂਦਾ ਰਿਹਾ, ਰਾਤਾਂ ਗੁਜ਼ਾਰਦੀਆਂ। ਗੁਰੂ ਸਾਹਿਬ ਕਹਿੰਦੇ ਰਾਤੀ ਮਿਲਣ ਸਹੰਸ। ਕਹਿੰਦੇ ਰਾਤ ਦਾ 1000 ਉਲਾਂਭਾ ਮਿਲਣਾ ਭਾਈ, 1000। ਕਾਤੋਂ ਜੀ? ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਹਿੰਦੇ ਪ੍ਰਮਾਤਮਾ ਦੀ ਜਿਹੜੀ ਵਿਚਾਰ ਹੈ, ਪ੍ਰਮਾਤਮਾ ਦੀ ਜਿਹੜੀ ਸਿਫਤ ਹੈ, ਉਹਨੂੰ ਛੱਡ ਕੇ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਹੁਣ ਕਹਿੰਦੇ ਤੈਨੂੰ ਵਧੀਆ ਜੀਵਨ ਮਿਲਿਆ। ਗੁਰੂ ਸਾਹਿਬ ਨੇ ਕਿਹਾ ਇੱਕ ਹੰਸ ਹੁੰਦਾ, ਇੱਕ ਪਰਮਹੰਸ ਹੁੰਦਾ। ਇਨਸਾਨ ਨੂੰ ਗੁਰੂ ਸਾਹਿਬ ਨੇ ਪਰਮਹੰਸ ਕਿਹਾ ਭਾਈ। ਹੰਸ ਤੋਂ ਵੀ ਉੱਪਰ ਹੰਸ। ਕਹਿੰਦੇ ਹੰਸ ਜਿਹੜਾ ਨਾ, ਉਹਦੇ ਵਿੱਚ ਤਾਕਤ ਹੈ। ਕੀ ਤਾਕਤ ਹੈ ਜੀ? ਕਹਿੰਦੇ ਉਹ ਜਦੋਂ ਦੁੱਧ ਪਿਆ ਹੋਵੇ ਨਾ, ਦੁੱਧ ਦੇ ਵਿੱਚ ਆਪਣੀ ਚੁੰਝ ਡੁਬੋਂਦਾ ਹੈ ਤੇ ਦੁੱਧ ਕਹਿੰਦੇ ਫਟ ਜਾਂਦਾ ਉਸੇ ਟਾਈਮ। ਪਾਣੀ ਵੱਖ ਹੋ ਜਾਂਦਾ ਤੇ ਫੁੱਟੀਆਂ ਵੱਖ ਹੋ ਜਾਂਦੀਆਂ ਨੇ। ਪਾਣੀ ਛੱਡ ਦਿੰਦਾ, ਫੁੱਟੀਆਂ ਚੁੱਕ ਕੇ ਹੋ ਗਿਆ। ਕਹਿੰਦੇ ਤੈਨੂੰ ਪਰਮਹੰਸ ਬਣਾਇਆ, ਪਰਮਹੰਸ। ਇਸ ਸੰਸਾਰ ਦੇ ਵਿੱਚ ਬਹੁਤ ਕੁਝ ਚੱਲ ਰਿਹਾ, ਚੰਗਾ ਮਾੜਾ ਬੜਾ ਕੁਝ ਚੱਲ ਰਿਹਾ, ਪਰ ਕਹਿੰਦੇ ਤੈਨੂੰ ਪਰਮਹੰਸ ਬਣਾਇਆ। ਜਿਹੜੀ ਅਸੀਂ ਗੱਲ ਕਰਦੇ ਨਾ ਅਰਦਾਸ ਦੇ ਵਿੱਚ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਲਹਿਤ ਦਾਨ, ਵਿਵੇਕ ਦਾਨ, ਵਿਵੇਕ ਬੁੱਧੀ ਸੱਚੇ ਪਾਤਸ਼ਾਹ ਸਾਨੂੰ ਮਿਲ ਜੇ, ਜਿਹਦੇ ਨਾਲ ਅਸੀਂ ਪਰਖ ਕਰ ਸਕੀਏ ਵੀ ਆਹ ਚੀਜ਼ ਚੰਗੀ ਹੈ, ਆਹ ਚੀਜ਼ ਮਾੜੀ ਹੈ। ਇਹ ਚੀਜ਼ ਦੀ ਪਰਖ ਕਰ ਸਕੀਏ ਅਸੀਂ। ਜਿੰਨਾ ਚਿਰ ਪਰਖ ਨਹੀਂ, ਉਹਨਾਂ ਚਿਰ ਮਾੜੀ ਨੂੰ ਵੀ ਚੰਗੀ ਬਣਾਵਾਂਗੇ। ਜਦੋਂ ਪਰਖ ਆ ਗਈ ਉਦੋਂ ਫਿਰ ਪਤਾ ਲੱਗਣਾ ਆਹ ਚੀਜ਼ ਮਾੜੀ ਹੈ, ਆਹ ਚੰਗੀ ਹੈ। ਗੁਰੂ ਸਾਹਿਬ ਕਹਿੰਦੇ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਹਿੰਦੇ ਮਾੜੇ ਥਾਵਾਂ ਤੇ ਬਹਿ ਗਿਆ, ਕਰੰਗਾ ਤੇ ਜਾ ਕੇ ਬਹਿ ਗਿਆ। ਬਣਾਇਆ ਤੈਨੂੰ ਪਰਮਹੰਸ ਸੀ, ਪਰ ਕਹਿੰਦੇ ਤੂੰ ਸਾਡੀਆਂ ਨਜ਼ਰਾਂ ਇੱਲ ਵਰਗਾ ਬਣ ਗਿਆ ਭਾਈ, ਇੱਲ ਵਰਗਾ। ਹੁਣ ਇੱਲ ਜਿਹੜੀ ਹੈ ਨਾ, ਉਹਦਾ ਕੰਮ ਵੀ ਇਹੀ ਹੈ, ਉਹਦਾ ਕੰਮ ਵੀ ਇਹੀ ਹੈ। ਉਹ ਆਕਾਸ਼ ਉੱਡਦੀ ਹੈ ਸਾਰੇ ਪੰਛੀਆਂ ਤੋਂ ਉੱਪਰ, ਪਰ ਕਹਿੰਦੇ ਜਦੋਂ ਆਕਾਸ਼ ਤੋਂ ਥੱਲੇ ਵੇਖਦੀ ਹੈ ਨਾ, ਉੱਥੇ ਨਿਗਾਹ ਜਾਂਦੀ ਹੈ ਜਿੱਥੇ ਮਰਿਆ ਹੋਇਆ ਪਸ਼ੂ ਪਿਆ, ਉੱਥੇ ਨਿਗਾਹ ਜਾਂਦੀ
ਸਾਹਿਬ ਕਹਿੰਦੇ ਭਾਈ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਕਹਾਉਂਦਾ ਹੈ, ਪਰ ਕਹਿੰਦੇ ਨਜ਼ਰ ਤੇ ਤੇਰੀ ਵੀ ਉੱਥੇ ਹੀ ਜਾਂਦੀ ਹੈ ਜਿਵੇਂ ਇੱਲ ਦੀ ਨਜ਼ਰ ਮਰੇ ਹੋਏ ਪਸ਼ੂ ਤੇ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਭਾਈ ਇਹ ਗੱਲਾਂ ਛੱਡ ਦੇ, ਸੱਚ ਨਾਲ ਜੁੜ ਜਾ। ਸੌ ਉਲਾਂਭੇ ਦਿਨੇ ਕੇ ਰਾਤੀ ਮਿਲਨ ਸਾਂਸ, ਸਿਫਤ ਸਲਾਮ ਛੱਡ ਕੇ ਕਰੰਗੀ ਲੱਗਾ ਹੰਸ। ਫਿੱਟ ਅਲਿਹਾ ਜੀਵਿਆ, ਫਿੱਟ ਅਲਿਹਾ ਜੀਵਿਆ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਦਾ ਜਿਉਣਾ ਫਿਟਕਾਰ ਹੈ, ਕਹਿੰਦੇ ਤੇਰੇ ਘਰ ਹੈ ਇਸ ਤਰ੍ਹਾਂ ਦਾ ਜਿਉਣਾ। ਫਿੱਟ ਅਲਿਹਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਕਹਿੰਦੇ ਖਾ ਖਾ ਕੇ ਪੇਟ ਵਧਾ ਲਿਆ। ਕੀ ਫਾਇਦਾ ਕਹਿੰਦੇ ਦਾ? ਫਿੱਟ ਅਲਿਹਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੈ। ਕਹਿੰਦੇ ਪਸ਼ੂਆਂ ਵਾਂਗ ਖਾ ਖਾ ਕੇ ਫੁੱਲ ਗਿਆ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ, ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਤੇਰੇ ਦੁਸ਼ਮਣ ਬਣ ਜਾਣਗੇ। ਭਾਈ ਦੁਸ਼ਮਣ ਕੌਣ? ਜੇ ਅਸੀਂ ਮਾੜਾ ਖਾਂਦੇ ਰਹੇ, ਮਾੜਾ ਖਾਂਦੇ ਰਹੇ ਤਾਂ ਸਾਡੇ ਅੰਦਰ ਉਦਾਂ ਦੇ ਖਿਆਲ ਪੈਦਾ ਹੋਣ ਲੱਗ ਜਾਣਗੇ। ਸਾਡੇ ਅੰਦਰ ਜਿਹੜੇ ਵਿਸ਼ੇ ਵਿਕਾਰ ਨੇ ਉਹ ਫਿਰ ਤੇਰੇ ਦੁਸ਼ਮਣ ਬਣ ਜਾਣਗੇ। ਪਰ ਜੇ ਅਸੀਂ ਗੁਰੂ ਦੇ ਗਿਆਨ ਨਾਲ ਜੁੜੇ ਰਵਾਂਗੇ, ਗੁਰੂ ਦੇ ਗਿਆਨ ਨਾਲ, ਉਹਨੇ ਸਾਨੂੰ ਬਚਾ ਕੇ ਰੱਖਣਾ, ਉਹਨੇ ਸਾਡੀ ਸਹਾਇਤਾ ਕਰਨੀ ਹੈ, ਉਹਨੇ ਸਾਡੀ ਸਹਾਇਤਾ ਕਰਨੀ ਹੈ। ਤਾਂ ਹੀ ਕਹਿੰਦੇ ਨਾਮ ਜਿਹੜਾ ਹੈ ਨਾ, ਪਰਮਾਤਮਾ ਦਾ ਨਾਮ, ਉਹ ਸੜਿਆ ਨਹੀਂ ਕਰਦਾ, ਉਹ ਕਦੇ ਡੁੱਬਿਆ ਨਹੀਂ ਕਰਦਾ। ਪਰ ਅਸੀਂ ਗੁਰੂ ਦੇ ਨਾਮ ਨੂੰ ਛੱਡ ਕੇ, ਗੁਰੂ ਦੇ ਸ਼ਬਦ ਨੂੰ ਛੱਡ ਕੇ ਅਸੀਂ ਥਾਂ ਥਾਂ ਤੇ ਆਪਣੇ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਭਾਈ ਮਾੜੇ ਖਿਆਲਾਂ ਨੂੰ ਛੱਡ ਦਿਓ, ਕਰ ਪਰਪੰਚ ਉਧਰ ਨਿਤ ਭੁੱਖਿਓ, ਪਸ਼ ਕੀ ਨਿਆਈ ਸੋਇਓ। ਕਹਿੰਦੇ ਤੁੰਦੇ ਭਾਈ ਉਹ ਪਸ਼ੂ ਵਾਂਗ ਸੌ ਗਿਆ, ਪਸ਼ੂ ਵਾਂਗ। ਕਹਿੰਦੇ ਪਸ਼ੂ ਦੀ ਵੀ ਇੱਕ ਗੁਣ ਤੇ ਹੈ, ਉਹ ਘਾਹ ਫੂਸ ਖਾ ਕੇ ਤੈਨੂੰ ਅੰਮ੍ਰਿਤ ਵਰਗਾ ਦੁੱਧ ਤੇ ਦਿੰਦਾ। ਕਹਿੰਦੇ ਕਿਉਂਕਿ ਉਹ ਤੋਂ ਵੀ ਗਿਆਨ ਗੁਜ਼ਰਿਆ, ਕਹਿੰਦੇ ਕਿਉਂਕਿ ਉਹ ਤੋਂ ਵੀ ਗਿਆਨ ਗੁਜ਼ਰਿਆ। ਜੇ ਤੂੰ ਆਪਣੇ ਅੰਦਰ ਕਦੇ ਗੁਰੂ ਦਾ ਸ਼ਬਦ ਹੀ ਨਹੀਂ ਵਸਾਇਆ, ਕਹਿੰਦੇ ਉਹ ਤੋਂ ਵੀ ਗਿਆਨ ਗੁਜ਼ਰਿਆ। ਤੇ ਗੁਰੂ ਸਾਹਿਬ ਕਹਿੰਦੇ ਰਾਮ ਭਜਨ ਕੀ ਗੱਤ ਨਹੀਂ ਜਾਣੀ, ਮਾਇਆ ਹਾਥ ਦੇ ਕਾਜਾਂ। ਰਾਮ ਭਜਨ ਕੀ, ਜਿਹੜਾ ਪਰਮਾਤਮਾ ਦਾ ਭਜਨ ਹੈ, ਗੁਰੂ ਸਾਹਿਬ ਦੇ ਵਚਨ ਨੇ, ਉਹ ਜਾਣੇ ਨਹੀਂ। ਰਾਮ ਭਜਨ ਕੀ ਗੱਤ ਨਹੀਂ ਜਾਗੀ। ਤੇ ਹੋਇਆ ਕਿ ਮਾਇਆ ਹਾਥ ਬੇਕਾਨਾ, ਕਹਿੰਦੇ ਮਾਇਆ ਦੇ ਹੱਥ ਕਰ ਗਏ, ਵਿਕ ਗਏ, ਟਕੇ ਟਕੇ ਤੇ ਵਿਕਣ ਲੱਗ ਗਏ, ਆਪਣਾ ਜੀਵਨ ਬਰਬਾਦ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਨ੍ਹਾਂ ਦਾ ਅਸੀਂ ਅੱਜ 400 ਸਾਲਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। 400 ਸਾਲਾ 400 ਸਾਲਾ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 550 ਸਾਲਾ ਮਨਾਇਆ। ਪਰ ਗੁਰੂ ਸਾਹਿਬ ਨਾਲ ਇਹ ਵੀ ਕਹਿੰਦੇ ਆ ਭਾਈ ਆਪਣੇ ਜੀਵਨ 'ਚ ਗੁਰੂ ਦੇ ਬਚਨਾਂ ਨੂੰ ਲਾਗੂ ਕਰੋ, ਤਾਂ ਤੁਹਾਡਾ 550 ਸਾਲਾਂ ਮਨਾਇਆ ਪਰਿਵਾਰ
ਤੇ ਤਾਂ ਹੀ ਤੁਹਾਡਾ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਮਨਾਇਆ ਪਰਿਵਾਰ। ਜੇ ਤੁਸੀਂ ਆਪਣੇ ਜੀਵਨ 'ਚ ਵਧੀਆ ਵਿਚਾਰ ਪੈਦਾ ਕਰੋਗੇ, ਜੇ ਵਿਚਾਰ ਵਧੀਆ ਪੈਦਾ ਹੀ ਨਹੀਂ ਹੋਏ, ਫਿਰ 400 ਸਾਲਾ ਮਨਾਇਆ ਵੀ ਕੀ ਮਨਾਇਆ। ਜੇ ਆਪਣੇ ਘਰ ਨੂੰ ਅਸੀਂ ਸਾਫ਼ ਹੀ ਨਹੀਂ ਰੱਖ ਸਕਦੇ, ਫਿਰ ਕੀ ਫਾਇਦਾ ਕਹਿੰਦਾ। ਸਾਡੀਆਂ ਜ਼ਿੰਮੇਵਾਰੀਆਂ ਨੇ, ਇਸ ਸੰਸਾਰ 'ਚ ਅਸੀਂ ਆਏ ਆ, ਸਾਡੀਆਂ ਕੁਝ ਜ਼ਿੰਮੇਵਾਰੀਆਂ ਨੇ। ਅਸੀਂ ਉਹ ਜ਼ਿੰਮੇਵਾਰੀਆਂ ਤੋਂ ਭਗੌੜਾ ਥੋੜਾ ਹੋਣਾ। ਜ਼ਿੰਮੇਵਾਰੀਆਂ ਦੇ ਵਿੱਚ ਰਹਿੰਦੇ 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 ਅਸੀਂ ਗੁਰੂ ਦੇ ਬਚਨਾਂ ਦੇ ਨਾਲ ਪਿਆਰ ਕਰਨਾ ਭਾਈ। ਅਸੀਂ ਉਹ ਸਾਡੀਆਂ ਜ਼ਿੰਮੇਵਾਰੀਆਂ ਨੇ, ਪਰ ਅਸੀਂ ਉਹ ਜ਼ਿੰਮੇਵਾਰੀਆਂ 'ਚ ਇੰਨਾ ਫਸ ਗਏ, ਇੰਨਾ ਫਸ ਗਏ ਵੀ ਅਸੀਂ ਗੁਰੂ ਨੂੰ ਭੁੱਲੇ ਗਏ, ਗੁਰੂ ਨੂੰ ਭੁੱਲੇ ਗਏ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਕਹਿੰਦੇ ਹੁਣ ਕੀ ਲੈਣਾ ਦਾਤੇ ਤੋਂ। ਹੁਣ ਚਿੱਤ ਸਾਡਾ ਉਹ ਦਾਤ 'ਚ ਲੱਗ ਗਿਆ ਜਿਹੜੀ ਦਾਤ ਸਾਨੂੰ ਚਾਹੀਦੀ ਸੀ, ਮਿਲ ਗਈ। ਗੁਰੂ ਸਾਹਿਬ ਦੇ ਨਾਲ ਅਸੀਂ ਪਿਆਰ ਕਰੀਏ ਭਾਈ। ਕੱਲਾ ਇਹ ਨਾ ਹੋਵੇ ਕਿ ਕੱਲੇ ਮਾਇਆ ਹੀ ਯਾਦ ਰਵੇ। ਗੁਰੂ ਸਾਹਿਬ ਕਹਿੰਦੇ ਰਾਮ ਭਜਨ ਕੀ ਗੱਤ ਨਹੀਂ ਜਾਣੀ, ਕਹਿੰਦੇ ਜਾਣਿਆ ਦੀ ਜੁਗਤੀ ਨਹੀਂ ਜਾਣੀ, ਪਰਮਾਤਮਾ ਨੂੰ ਪਾਉਣ ਦੀ ਜੁਗਤੀ ਨਹੀਂ ਜਾਣੀ। ਮਾਇਆ ਹੱਥ ਬੇਕਾਰਾਂ, ਕਹਿੰਦੇ ਮਾਇਆ ਦੇ ਧੰਦਿਆਂ 'ਚ ਫਸ ਕੇ, ਮਾਇਆ ਦੇ ਧੰਦਿਆਂ 'ਚ ਫਸ ਕੇ ਸਾਰਾ ਕੁਝ ਬਰਬਾਦ ਕਰ ਲਿਆ। ਆਪਣੇ ਕੰਮ ਨਹੀਂ ਛੱਡਣੇ, ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਉਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਪਾਈਏ, ਪਿਆਰ ਪਾਈਏ। ਜਿਵੇਂ ਆਪਾਂ ਸ਼ਬਦ ਪੜ੍ਹਦੇ ਆ ਨਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ, ਆਦ ਦਾਨ ਕੋ ਸ਼ਿਵਰੋ ਹੋਇਓ ਲਖੀਣਾ, ਬੋਲਣਾ ਤਲਣਾ ਤਿਆਗ ਕੇ। ਹੁਣ ਇੱਥੇ ਸ਼ਬਦ 'ਚ ਸਾਡੇ ਸਮਝ 'ਚ ਇਹੀ ਆਉਂਦਾ ਹੈ ਵੀ ਬੋਲਣਾ ਤਲਣਾ ਤਿਆਗ ਕੇ, ਵੀ ਤਿਆਗ ਤਾਂ ਛੱਡਤਾ, ਛੱਡਿਆ ਨਹੀਂ ਭਾਈ। ਉਹਦਾ ਭਾਵ ਇਹ ਹੈ ਬੋਲਣਾ ਤਲਣਾ ਤਿਆਗ ਕੇ, ਭਾਵ ਕੰਮ ਨਿਬੇੜ ਕੇ, ਆਪਣੇ ਕੰਮਾਂ ਨੂੰ ਨਿਬੇੜ ਕੇ। ਪ੍ਰੀਤ ਚਰਨ ਕਬੀਰਾ, ਫਿਰ ਪ੍ਰੀਤ ਉਸ ਮਾਲਕ ਦੇ ਨਾਲ ਜੋੜਦੇ ਨੇ। ਅਸੀਂ ਤਾਂ ਜੋੜੀਏ ਨਹੀਂ ਕਦੇ ਪ੍ਰੀਤ ਮਾਲਕ ਦੇ ਨਾਲ, ਅਸੀਂ ਤਾਂ ਦੂਰ ਦੂਰ ਭੱਜਦੇ ਆ ਮਾਲਕ ਗੁਰੂ ਤੋਂ। ਗੁਰੂ ਤੋਂ ਦੂਰ ਦੂਰ ਨਾ ਭੱਜੀਏ, ਗੁਰੂ ਤੋਂ ਦੂਰ ਦੂਰ ਨਾ ਭੱਜੀਏ, ਗੁਰੂ ਦੇ ਨਾਲ ਪਿਆਰ ਕਰੀਏ। ਜਦੋਂ ਅਸੀਂ ਗੁਰੂ ਦੇ ਨਾਲ ਪਿਆਰ ਕਰਦੇ ਹਾਂ, ਫਿਰ ਗੁਰੂ ਵੀ ਸਾਡੇ ਨਾਲ ਪਿਆਰ ਕਰਦਾ ਹੈ। ਗੁਰੂ ਨਾਲ ਪਿਆਰ ਕਰਕੇ ਤੇ ਵੇਖੀਏ, ਗੁਰੂ ਨਾਲ ਪ੍ਰੀਤ ਪਾ ਕੇ ਤੇ ਵੇਖੀਏ, ਭਾਈ ਦੀ ਪ੍ਰੀਤ। ਤੇ ਭਾਈ ਗੁਰਦਾਸ ਸਾਹਿਬ ਜੀ ਜਦੋਂ ਪੜ੍ਹਦੇ ਆ, ਭਾਈ ਗੁਰਦਾਸ ਸਾਹਿਬ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਇੱਕ ਕਦਮ ਦੇ ਪੁੱਟ, ਗੁਰੂ ਤੇ ਦਿਨ ਕਰੋੜਾਂ ਕਦਮ ਅੱਗਿਓਂ ਲੈਣ ਵਾਸਤੇ ਆਉਂਦਾ, ਇੱਕ ਕਦਮ ਤੇ ਪੁੱਟ। ਅਸੀਂ ਇੱਕ ਕਦਮ ਵੀ ਪੁੱਟਿਆ ਨਹੀਂ, ਪੁੱਟ ਕੇ ਦੇਖੀ ਇੱਕ ਕਦਮ। ਪਰ ਜਦੋਂ ਇੱਕ ਕਦਮ ਵੀ ਚੱਲਾਂਗੇ, ਗੁਰੂ ਤੇ ਕਰੋੜਾਂ ਕਦਮ ਅੱਗਿਓਂ ਲੈਣ ਆਉਂਦਾ। ਗੁਰੂ ਹੈ ਉਹ ਸਾਡਾ ਗੁਰੂ, ਜਿਨ੍ਹਾਂ ਦੇ ਬਾਬਤ ਅਸੀਂ ਪੜ੍ਹਦੇ ਹਾਂ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਮਾਂ ਵੀ ਧੰਨ ਹੈ, ਉਹ ਪਿਤਾ ਵੀ ਧੰਨ ਹੈ, ਉਹ ਕੁਲ ਵੀ ਧੰਨ ਹੈ ਜਿਹਦੇ ਵਿੱਚ ਗੁਰੂ ਦਾ ਪ੍ਰਕਾਸ਼ ਹੋਇਆ। ਸਾ ਧਰਤੀ ਪਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਹਨੇ ਸਤਿਗੁਰ ਦੇਖਿਆ ਜਾਏ।
जिन्हां जिन्हां ने गुरु नूं देखिया, भाव समझिया, वो हरियावल हो गए। उन्होंने मन सुके पे सी, मन हरियावल हो गए, खिड़ के जिवें गुलाब का फुल खिड़दा इस तरह खराज आ गई, चेहरे पे मुस्कान आ गई। जदों गुरु नूं वेखांगे, भाव के गुरु नूं समझांगे, गुरु के शब्दां नाल प्यार करांगे, असीं समझे ही तेग बहादुर सिमरे है, घर नौ नित्यावै, धारे सब थाई होए सहाय। समझिए कि सही, गुरु तेग बहादुर साहब महाराज जी जानिए कि सही, पर असीं अज तक जानिया नहीं। असीं माया के धंधिਆਂ च फस के गुरु साहब तो बहुत दूर हो गए, दूर हो गए। असीं झूठ का सहारा लैके इंसान पार नहीं निकल सकता, झूठ का सहारा लेके। राम भजन की गत नहीं जानी, माया हाथ बेकाना, माया के हाथ चढ़ गया। तो गुरु साहब कहते उलट रहे दुखियन संग गौरा, नाम रतन विसराना। हुण जिहड़ा परमात्मा का नाम है वो रतन हीरे जवाहरात ते उन्हां नूं छड्ड के विखिया होंदी है जहर। असीं जहर नाल प्यार पा लिया, रतन नूं छड्डता, वधिया चीज असीं त्याग के रख के जिहड़ी चीज घटी है ਉਹਦੇ ਨਾਲ ਅਸੀਂ प्यार पा लिया। गुरु तेग बहादुर साहब महाराज कहते भाई इस तरह तुहाडे पल्ले कख नहीं पैना, जे तुसीं उलझ रहे हो विखियन संग बौरा। हे पागल मन, मन नूं संबोधन हो गई गुरु साहब सारी बाणी जिहड़ी है वो साडे सामने रखी है गुरु तेग बहादुर साहब महाराज जी ने। कहते तुसीं उलझ गए हो, जिवें मक्कड़ी जिहड़ी हुंदी है ना, मक्कड़ी वो जाला पाउंदी है, वो अपना घर बनाउंदी है जाल, पर कहते एक दिन ऐसा हुंदा है वो मक्कड़ी उस जाल च फस के अपना आप खत्म कर दिंदा। उन्होंने अपने घर चों निकलने वास्ते कोई रस्ता नहीं मिलता। कहते इसे तरह तुसीं भी उलझ गए हो भाई, हुण उलझ इन्ना गए भी तो निकलना हो गया औखा। उलझ रहे हो विखियन संग बौरा, विखिया जहर। हुण जहर मिठा समझ के पी रहे ने लोग, मिठा समझ के जहर पी रहे ने, जिहड़ी एक ना एक दिन सानू अंदरों खोखले कर देगी। नाम रतन विसराना, गुरु का शब्द रतन उन्होंने त्यागता। जिहड़ी चीज महंगी है उन्होंने छड्ड चुके हैं, छड्डना नहीं भाई। गुरु का नाम जिहड़ा है वो कीमती है, महंगा है, पर महंगी चीज जिहड़ी है उन्होंने इसे तरह ही थोड़ा रख सकदा। ਉਹਦੇ ਵਾਸਤੇ ਸਪੈਸ਼ਲ ਇੱਕ ਡੱਬਾ ਹੁੰਦਾ ਹੈ, ਉਹਦੇ ਵਾਸਤੇ ਸਪੈਸ਼ਲ ਇੱਕ ਡੱਬਾ ਹੈ, ਉਹਦੇ ਵਿੱਚ ਰੱਖਿਆ ਜਾਂਦਾ ਹੈ ਸੋਨਾ। ਸਾਡੇ ਘਰ ਦਾ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਸੋਨਾ। ਸੋਨੇ ਨੂੰ ਕਦੇ ਅਸੀਂ ਇਸੇ ਤਰ੍ਹਾਂ ਹੀ ਥੋੜਾ ਰੱਖਤਾ ਵੀ ਜਿੱਥੇ ਪਿਆ ਪਿਆ, ਨਹੀਂ। ਉਹਦੇ ਵਾਸਤੇ ਅਸੀਂ ਇੱਕ ਸਪੈਸ਼ਲ ਡੱਬਾ ਲਾਇਆ, ਇਹਦੇ ਵਿੱਚ ਸਾਂਭ ਕੇ ਫਿਰ ਉਹਨੂੰ ਕਿਸੇ ਹੋਰ ਵੱਡੇ ਟਰੰਕ ਚ, ਟੈਂਕੀ ਚ, अलमारी च, पेटी च रखा जाता है। क्यों? क्योंकि वो कीमती है। इसे तरह ही परमात्मा का जो नाम है ये बहुत कीमती है, ये इसे तरह ही नहीं रखा जाता। आ जो हृदय घर है ना, ये बिल्कुल खाली करना पैना, ये बिल्कुल खाली करना पैना, तां इहदे विच परमात्मा का नाम रतन वो फिर टिकना है, फिर टिकना।
ਕਹਿੰਦੇ ਆ ਜਿੱਥੇ ਅਸੀਂ ਸ਼ਰਾਬਾਂ ਪਾ ਲਈਆਂ, ਜਿੱਥੇ ਅਸੀਂ ਜਰਦੇ ਪਾ ਲਏ, ਬੀੜੀਆਂ ਪਾ ਲਈਆਂ, ਕਹਿੰਦੇ ਉੱਥੇ ਅਸੀਂ ਗੁਰੂ ਦਾ ਨਾਮ ਰਤਨ ਉਹ ਟਿਕਾਉਣਾ। ਇਸ ਤਰ੍ਹਾਂ ਨਹੀਂ ਭਾਈ, ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਕਦੇ ਪੈਂਦੀਆਂ। ਇੱਕ ਮਿਆਨ ਦੇ ਵਿੱਚ ਦੋ ਨਹੀਂ ਪੈਂਦੀਆਂ ਤਲਵਾਰਾਂ। ਆਹ ਹਿਰਦਾ ਘਰ ਖਾਲੀ ਕਰਨਾ ਪੈਣਾ ਪਹਿਲਾਂ, ਫਿਰ ਉਹ ਨਾਮ ਰਤਨ ਗੁਰੂ ਦਾ ਸ਼ਬਦ ਫਿਰ ਉਹਦੇ ਵਿੱਚ ਪ੍ਰਵੇਸ਼ ਕਰਦਾ, ਫਿਰ ਪ੍ਰਵੇਸ਼ ਕਰਦਾ। ਇਸ ਤਰ੍ਹਾਂ ਹੀ ਥੋੜਾ ਤੇ ਅਸੀਂ ਗੁਰੂ ਦਾ ਜਿਹੜਾ ਹੀਰਿਆਂ ਵਰਗਾ ਰਤਨਾਂ ਵਰਗਾ ਨਾਮ ਹੈ, ਇਹਨੂੰ ਥੋੜਾ 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 ਚੱਕਦੇ ਰਹੀਏ, ਚੱਕਦੇ ਰਹੀਏ। ਇੱਕ ਦਿਨ ਸਾਡੇ ਅੰਦਰ ਭੰਡਾਰ ਬਣ ਜਾਣਾ, ਫਿਰ ਆਨੰਦ ਬਣ ਜਾਣਾ, ਫਿਰ ਇੰਨਾ ਆਨੰਦ ਬਣਨਾ ਵੀ ਉਹ ਦੱਸਿਆ ਨਹੀਂ ਜਾਂਦਾ ਵੀ ਕਿੰਨਾ ਕੁ ਆਨੰਦ ਬਣ ਗਿਆ। ਬਸ ਚਿਹਰੇ ਤੋਂ ਮਹਿਸੂਸ ਹੋਣਾ, ਇਹਨੂੰ ਆਨੰਦ ਹੈ। ਜਿਵੇਂ ਗੋਗੇ ਬੰਦੇ ਨੂੰ ਗੁੜ ਖਵਾ ਦਈਏ ਨਾ, ਉਹ ਦੱਸ ਤੇ ਨਹੀਂ ਸਕਦਾ ਵੀ ਕਿੰਨਾ ਕੁ ਮਿੱਠਾ ਹੈ, ਪਰ ਉਹਦਾ ਚਿਹਰਾ ਜ਼ਰੂਰ ਦੱਸ ਦਿੰਦਾ। ਕਬੀਰ ਗੋਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ, ਕਹਿੰਦੇ ਪੁੱਛਿਆ ਉਹਨੇ ਦੱਸਣਾ ਨਹੀਂ, ਪਰ ਉਹਦਾ ਚਿਹਰਾ ਦੱਸ ਦੂਗਾ ਵੀ ਬੜਾ ਆਨੰਦ ਆਇਆ ਇਹ ਚੋਂ। ਇਸੇ ਤਰ੍ਹਾਂ ਹੀ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਗੁਰੂ ਦਾ ਵਚਨ ਹੈ ਜਿਹੜਾ, ਇਹ ਅਸੀਂ ਦੱਸ ਨਹੀਂ ਸਕਦੇ ਵੀ ਇਹਦੇ ਚੋਂ ਆਨੰਦ ਕਿੰਨਾ ਕੁ ਆਉਂਦਾ ਹੈ, ਪਰ ਚਿਹਰਾ ਜ਼ਰੂਰ ਦੱਸ ਦਿੰਦਾ ਵੀ ਹਾਂ ਇਹਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ। ਚਿਹਰਾ ਦੱਸ ਦਿੰਦਾ। ਹੁਣ ਕਰੇ ਹੋ ਵੇਖਿਆ ਸੰਗ ਬੜਾ ਨਾਮ ਰਤਨ ਵਿਸਰਾਨਾ, ਰਹਿਓ ਅਟੇਕ ਨਾ ਚੇਤਿਓ ਗੋਬਿੰਦ ਬਿਰਤਾ ਆਦ ਸਿਰਾਨੀ। ਕਹਿੰਦੇ ਹੇ ਗਾਫਲ ਮਨੁੱਖ, ਤੂੰ ਤੇ ਸਾਰਾ ਕੁਝ ਹੀ ਭੁੱਲ ਗਿਆ। ਰਹਿਓ ਅਟੇਕ ਨਾ ਚੇਤਿਓ ਗੋਬਿੰਦ, ਕਹਿੰਦੇ ਉਸ ਮਾਲਕ ਨੂੰ, ਪਰਮਾਤਮਾ ਨੂੰ ਚੇਤਾ ਹੀ ਨਹੀਂ ਕੀਤਾ, ਕਦੇ ਚੇਤਾ ਹੀ ਨਹੀਂ ਕੀਤਾ। ਅਵੇਸਲਾ ਹੋ ਗਏ, ਭੁੱਲ ਗਏ ਸਾਰਾ ਕੁਝ। ਬਿਰਥਾ ਆਦ ਸਿਰਾਨੀ, ਜਿਹੜੀ ਤੇਰੀ ਉਮਰ ਹੈ ਨਾ, ਜਿੰਨੀ ਲੰਘ ਗਈ ਤੂੰ ਪਹਿਲਾਂ, ਕਹਿੰਦੇ ਸਾਰੀ ਬੇਅਰਥ ਨਹੀਂ ਗਵਾ ਦੇ। ਅਗਲਾ ਕਹਿੰਦਾ ਮੈਂ ਤੇ 90 ਸਾਲਾਂ ਦਾ ਹੋ ਗਿਆ ਜੀ, ਪਰ ਗੁਰੂ ਸਾਹਿਬ ਕਹਿੰਦੇ 90 ਸਾਲਾਂ ਦਾ ਤੂੰ ਆਪਣੇ ਆਪ ਨੂੰ ਕਹਾਉਣਾ ਬਾਬਾ। ਪਰ ਸਾਡੇ ਬਾਬੇ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ, ਜਿਨ੍ਹਾਂ ਨੇ ਉਸ ਮਾਲਕ ਨੂੰ ਚੇਤੇ ਕਰ ਲਿਆ। ਤੂੰ ਸਾਡੇ ਵਾਸਤੇ ਬਾਬਾ ਕਾਹਦਾ, ਤੂੰ ਤੇ ਅਜੇ ਵੀ ਕਹਿੰਦੇ ਕੌਆ ਲਿਆ ਦੋ ਮੈਨੂੰ, ਬਾਬਾ ਕਾਹਦੇ ਤੂੰ ਤੇ ਅਜੇ ਵੀ ਉਧਰ ਨੂੰ ਭੱਜਦਾ ਹੈ। ਪਰ ਸਾਡੇ ਵਾਸਤੇ ਸਾਡੇ ਬਾਬੇ ਨੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਨ੍ਹਾਂ ਨੇ ਸਮਝ ਲਿਆ ਰਹਿਓ ਅਟੇਕ ਨਾ ਚੇਤਿਓ ਗੋਬਿੰਦ ਬਿਰਥਾ ਔਰ ਸਿਰਾਨੀ। ਕਹਿੰਦੇ ਖਤਮ ਕਰਤੀ ਸਾਰੀ ਜ਼ਿੰਦਗੀ ਏਦਾਂ ਹੀ। ਕੀ ਖੱਟਿਆ, ਕੀ ਖੱਟਿਆ? ਕਹਿੰਦੇ 90 ਸਾਲਾਂ ਨਾਲੋਂ ਤੇ ਥੋੜਾ ਜੀ ਲੈਂਦੇ, ਪਰ ਕੁਛ ਕਰਕੇ ਤੇ ਜਿਉਂਦੇ। ਇਸ ਸੰਸਾਰ 'ਚ ਕੁਛ ਕਰਕੇ ਤੇ ਜਿਉਂਦੇ। ਵੱਡੀ ਉਮਰ ਨਾਲੋਂ ਤਾਂ ਛੋਟੀ ਚੰਗੀ ਹੈ ਭਾਈ, ਪਰ ਕੁਛ ਕਰਕੇ ਤੇ ਜਿਉਂਦੇ। ਗੁਰੂ ਤੇਗ ਬਹਾਦਰ ਸਾਹਿਬ ਵਾਲੇ ਕਹਿੰਦੇ ਭਾਈ ਉਹਦਾ ਕੋਈ ਫਾਇਦਾ ਨਹੀਂ। ਰਹੇ ਉਹ ਅਟੇਕ, ਜਿਹਨੂੰ ਗੁਰੂ ਸਾਹਿਬ ਕਹਿੰਦੇ ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ। ਹੁਣ ਤੇ ਥੋੜਾ ਕਹਿ ਕਿ ਤੂੰ ਮੰਜੇ ਤੇ ਸੁੱਤਾ ਪਿਆ, ਹੁਣ ਤੂੰ 4 ਵਜ ਗਏ ਉੱਠ ਖੜ, ਉਹ ਗੱਲ ਨਹੀਂ ਕਿਹਾ ਗੁਰੂ ਸਾਹਿਬ ਨੇ। ਗੁਰੂ ਸਾਹਿਬ ਕਹਿੰਦੇ ਭਾਈ ਤੂੰ ਸਾਰੀ ਜ਼ਿੰਦਗੀ ਸੁੱਤਾ ਪਿਆ, ਆਪਣੇ ਅੰਦਰ ਨੂੰ ਜਗਾ। ਜਿਹੜੀ ਨੀਂਦ ਮੰਜੇ ਤੇ ਅਸੀਂ ਲੈਣੀ ਹੈ, ਉਹ ਤੇ ਕੁਦਰਤੀ ਹੈ, ਉਹ ਤੇ ਕੁਦਰਤੀ ਹੈ। ਬੰਦੇ ਨੇ ਸੌਣਾ ਹੀ ਹੈ, ਕੋਈ 6 ਘੰਟੇ ਸੌਂਦਾ, ਕੋਈ 4 ਘੰਟੇ, ਕੋਈ 8 ਘੰਟੇ। ਜੇ ਅਸੀਂ ਸੌਵਾਂਗੇ ਨਹੀਂ, ਨੀਂਦ ਨਹੀਂ ਪੂਰੀ ਕਰਾਂਗੇ, ਤਾਂ ਦੂਜੇ ਦਿਨ ਸਾਡਾ ਸਰੀਰ ਕੰਮ ਨਹੀਂ ਕਰਦਾ। ਜਿਵੇਂ ਅਸੀਂ ਮੋਬਾਈਲ ਦਿਨੇ ਚਲਾਇਆ ਸਾਰਾ ਦਿਨ, ਉਹਦੇ ਵਿੱਚ ਜਿਹੜੀ ਬੈਟਰੀ ਆ ਉਹ ਖਾਲੀ ਹੋ ਗਈ, ਦੂਜੇ ਦਿਨ ਉਹ
काम नहीं करता जो चार्ज ना करिए। चार्ज लाने वास्ते घंटा आधा घंटा 2 घंटे लाना पैना तां दूजे दिन वो चार्ज होंदा है। जे असीं नींद नहीं लवांगे तां दूजे दिन साडा शरीर चार्ज थोड़ा होना। सोना ते पैना पर गुरु साहब कहते तू आत्मक जीवन वालों सुता पे भाई, तेरा जिहड़ा अंदरला जीवन है ਉਹਦੇ ਵੱਲੋਂ ਸੁੱਤਾ ਪਿਆ तू। उधरों जाग लियो रे मना जाग लियो, कहां गाफल सोया, कहते क्यों सुता पिया, उठ के उस मालिक नूं चेते कर। रहियो चेत न चेतियो गोबिंद बिरथा आव सरानी। ते गुरु तेग बहादुर साहब वाले लास्ट पंक्ति दे विच कहंदे आ नानक इह बिरध पछानो भुले सदा प्राणी। पर जेड़ा परमात्मा है ना, जे असीं 40 साल साडे सुत्तियां दे लंघे, 40 साल साडे मारा खांदियां दे लंघे, 40 साल साडे मारे कर्म करदियां दे लंघे, साडी जिंदगी इसे तरह 40 साल बर्बाद हो गए। पर गुरु तेग बहादुर साहब महाराज कहते जिहड़ा परमात्मा है, जिहड़ा गुरु है, वो इस तरह का है। कहो नानक, गुरु नानक देव महाराज जी के नाम की मोहर ला के शब्द नूं पक्का करता। गुरु तेग बहादुर साहब महाराज कहते कहो नानक ये बिरध पछानो, कहते परमात्मा दे ते गुरु दा ते बिरध है भाई। जिहड़ा भी उन्हां दी शरण च आ गया, चाहे वो 40 साल 50 साल जिंदगी दे नरक भरे निकले, पर वो ते कहते अज भी सीने नाल लाउण नूं तैयार है। भुले सदा प्राणी, कहते ये संसार दे विच जिन्ने लोग ने ये भुल जाते ने, पर कहते गुरु वो अपना मुੱਢ कदीमां दा जिहड़ा सुभाਅ है वो थोड़ा त्यागदा है। ਉਹਦੇ ਕੋਲੇ ਅਸੀਂ ਆਪਣੇ ਆਪ ਨੂੰ ਮਾਰ ਕੇ ਆਈਏ, ਆਪਣੇ ਅੰਦਰ ਨੂੰ ਆਪਣੇ ਹੰਕਾਰ ਨੂੰ ਮਾਰ ਕੇ ਆਈਏ। ਕਹਿੰਦੇ ਗੁਰੂ ਤੇ ਅੱਜ ਵੀ ਸਾਨੂੰ ਗਲਵੱਕੜੀ ਚ ਪਾਉਣ ਨੂੰ ਤਿਆਰ ਹੈ। ਗੁਰੂ ਥੋੜਾ ਸਾਡੇ ਨਾਲ ਨਫ਼ਰਤ ਕਰਦਾ, ਅਸੀਂ ਬੇਸ਼ੱਕ ਗੁਰੂ ਨਾਲ ਨਫ਼ਰਤ ਕਰ ਲਈਏ ਪਰ ਗੁਰੂ ਸਾਡੇ ਨਾਲ ਕਦੇ ਵੀ ਨਫ਼ਰਤ ਨਹੀਂ ਕਰਦਾ। ਗੁਰੂ ਦੇ ਤੇ ਮੁੱਢ ਦਾ ਸੁਭਾਅ ਹੈ, ਉਹਤੇ ਗੱਲ ਨਾਲ ਲਾਉਂਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਾਬਤ ਵਿਚਾਰਾ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਗੁਰੂ ਹੋਏ ਨੇ ਜਿਨ੍ਹਾਂ ਨੇ ਦੂਜੇ ਦੇ ਧਰਮ ਦੇ ਲਈ ਆਪਣਾ ਆਪ ਵੀ ਕੁਰਬਾਨ ਕਰਤਾ। ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅੱਜ ਦੇ ਦਿਨ ਅੰਮ੍ਰਿਤਸਰ ਸਾਹਿਬ 1621 ਹੋਇਆ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਉਹ ਮਾਂ ਧੰਨ, ਉਹ ਪਿਤਾ ਧੰਨ, ਉਹ ਕੁਲ ਵੀ ਧੰਨ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਸੋ ਆਓ ਅੱਗੇ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਆਓ ਆਨੰਦ ਸਾਹਿਬ ਦਾ ਪਾਠ, ਫਿਰ ਅਰਦਾਸ, ਫਿਰ ਹੁਕਮਨਾਮਾ ਸਾਹਿਬ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਚਾਲੇ ਪਾਉਂਦੇ ਹਾਂ। ਪਹਿਲਾਂ ਜਾਣ ਦੀ ਕੋਈ ਵੀ ਹੁਣ ਖੇਚਲਾ ਨਾ ਕਰਿਓ ਜੀ। ਸੋ ਜਿਨ੍ਹਾਂ ਸੰਗਤਾਂ ਨੇ ਦੇਗਾਂ ਕਰਵਾਈਆਂ ਉਹਨਾਂ ਦਾ ਧੰਨਵਾਦ। ਤੇ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਆਪੋ ਆਪਣੇ ਤਰੀਕੇ ਦੇ ਨਾਲ ਸੰਗਤਾਂ ਨੇ ਮਨਾਇਆ। ਅੱਜ ਦਰਬਾਰ ਸਾਹਿਬ ਦੇ ਵਿੱਚੋਂ ਲਾਈਵ ਟੈਲੀਕਾਸਟ ਵੀ ਹੋ ਰਿਹਾ ਦੁਪਹਿਰ ਤੱਕ। ਨਗਰ ਕੀਰਤਨ ਜਲਾਲ ਸਜਣੇ ਨੇ ਉਹ ਵੀ ਟੀਵੀ ਤੇ ਆਪਾਂ ਸਾਰੇ ਵੇਖ ਸਕਦੇ ਆ ਜੀ। ਆਓ ਆਨੰਦ ਸਾਹਿਬ ਦਾ ਪਾਠ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਂ
माई सतगुरु मैं पाया सतगुरु का पाया सहज सेती मन वजियां बाणाइयां राग रतन परवार परिया शब्द गावणियां शब्दों का गावो हरे केरा मन जिनी वसाया कह नानक नंद होया सतगुरु मैं पाया ए मन मेरा तू सदा रो हर नाले हर नाल रो तू मन मेरी दुख सब विसारन अंगीकार हो करे तेरा कार्य सब सवारना सबना गल्ला समरथ स्वामी सो क्यों मनो विसारे कह नानक मन मेरी सदा रो हर नाले साचे साहिबा क्या नाई कर तेरा घर का तेरा सब किछ है जिस दे स्वभाव सदा सिद्ध सलाह तेरी नाम मन वसाव नाम जन कै मन वसया वाजे शब्द करी कै नानक सच्ची साहिब क्या नाई कर तेरा साचा नाम मेरा आधारो सच नाम आधार मेरा जिन भुखा सब गवाइया कर शांत सुख मन आए वसया जिन इच्छा सब बुझाइया सदा कुर्बान किता गुरु बिटो जिसदियां वडियाइयां कह नानक सुनो संतो शब्द करो प्यार हो साचा नाम मेरा आधार बाजे पंच शब्द तित कर सुभाग्य शब्द बाजे कला जित कर धारिया पंज तूत तुझ वस कीते काल कंटक मारे तुर करन पाया भगवन का सेना मार के लागे कह नानक कह सुनो तित कर अनाद बाजे अनाद सुनो बद भागी हो सगल मनोरथ पूरे पार ब्रह्म प्रभ पाया पुत्रे सगल विसोए दुख रोग संताप करे सुने सके बाणे संत साजन भय सरसे पूरे गुर के जाए सुनते पुनीत कहते पवित्र सतगुर दया भरपूरे गुणवंत नानक गुर चरण लागे वाजे अनहद कोरे सुनते पुनीत कहते पवित्र सतगुर दया भरपूरे गुणवंत नानक गुर चरण लागे वाजे अनहद कोरे श्लोक पवन गुरु मारे पिता दिवस रात दोए दाए दाया चंगिया बुराइया करमी आपो अपनी जिन्नी नाम ध्याए नानक ते मुझने जिन्नी नाम ध्याए नानक ते मुझने कीती छुटे वाहिगुरु जी का खालसा वाहिगुरु जी की फतेह तू फाटू तुम भय अरदास
कृपा भगवती सिमर के गुरु नानक लई ध्याय तेरे अंगद गुरु ते अमरदास रामदास होए सहाय अर्जन हरगोबिंद नाम सिमरो श्री हरि राय श्री हरि कृष्ण ध्याई है जिस रखे शब्द बजाए तेग बहादुर सिमरिया घर नौन दियावे तारे सब ताई होए सहाय दसवें पातशाह साहिब श्री गुरु गोबिंद सिंह साहिब जी सब ताई होए सहाय दसाई पातशाहियां दी जोत श्री गुरु ग्रंथ साहिब जी पाठ दर्शन दीदार दा ध्यान करके बोलो जे श्री वाहिगुरू सच्चे पातशाह जी आप जी दे साज के निवाजे पंज प्यारे चार साहिबजादे 40 मुक्तियां 8 जपियां तपियां जिन्हां गुरमुखां प्यारियां ने नाम जपिया बंद के छकिया देग जलाई देग वाली देख सुन के नित कीता तिन्ना प्यारियां सत्यारियां ने कमाई दा ध्यान रखे खालसा जी साहिब बोलो जे श्री वाहिगुरू जिन्ना सिंघां सिंघड़ियां ने धर्मेक सीस दिते बंद कटवाए खोपड़ियां लवाइयां चरखड़ियां ते चढ़े तन आलियां नाल चलवाए गए उबलदियां देगां विचों वाले खाधे पुੱਠੀਆਂ ਖੱਲਾ ਲਵਾਈਆਂ ਮਾਸੂਮ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਾਸਾਂ ਸੰਗ ਨਿਭਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੇ ਸ੍ਰੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰੱਖਿਆ ਲਿਆਏ ਦੇਖ ਟੇਕ ਫਤਿਹ ਵਿਦ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੇ ਸ੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਓ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ श्री ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਦੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਗੁਰੂ ਖਾਲਸਾ ਜੀ ਕੇ ਬੋਲ ਬੰਦੇ ਬੋਲੋ ਜੇ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਕ ਕੇ ਰੱਖਿਆ ਵੇ ਗੁਰੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰ ਜੀਓ श्री ननकाना साहब को लेके और गुरुद्वारे गुरु धामां दे जिन्हां को पंथ नूं विछोड़िया गया जी खुले दर्शन दीदार सेवा संभाल दा दान प्यारे खालसा जी नूं बख्शो हे निमाणियां दे मान निताणियां दे तान नियोटियां दी होठ निआसरियां दे आसरे धन धन साहिब श्री गुरु ग्रंथ ਸਾਹਿਬ महाराज जीओ आप जी दे चरणा कमलों विच अरदास बेनती सच्चे पातशाह जीओ गुरु तेग बहादुर साहब महाराज जी दे प्रकाश पुरब नूं मुख रखदे होए संगतां आप जी दे दर ते पहुंचीआं ने सच्चे पातशाह जीओ संगतां दी दिल फुल पेटा परवान करनी जी धन धन पिता धन धन कुल धन धन सो जननी जिन गुरु जनिया माए धन धन साहिब श्री गुरु हरगोबिंद साहिब महाराज धन धन माता नानकी जी की कुख को अज के दिन श्री ਅੰਮ੍ਰਿਤਸਰ ਸਾਹਿਬ विखे गुरु तेग बहादुर साहब महाराज का प्रकाश पुरब होया सच्चे पातशाह जीओ आप जी के प्रकाश पुरब नूं मुख रखते हुए आप जी के दर करदे प्रीतवान भाई साहब भाई सतनाम सिंह ਸਾਹਿਬ ਜੀਤ ਸਿੰਘ ਸੱਚੇ ਪਾਤਸ਼ਾਹ ਜੀਓ ਉਹਨਾਂ
ਵੱਲੋਂ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਕੜਾ ਪ੍ਰਸ਼ਾਦ ਦੀ ਰੇਖ ਸਜ ਕੇ ਹਾਜ਼ਰ ਹੋਈ ਹੈ। ਆਪ ਪ੍ਰਵਾਨ ਕਰੋ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਜਿਸ ਭਾਵਨਾ ਨੂੰ ਲੈ ਕੇ ਸੰਗਤਾਂ ਨੇ ਅਰਦਾਸਾਂ ਕਰਵਾਈਆਂ ਸੋ ਭਾਵਨਾਵਾਂ ਸੰਪੂਰਨ ਕਰਨੀਆਂ ਜੀ। ਕਰਦੀ ਕਲਾ ਬਖਸ਼ਣੀ ਜੀ। ਆਪ ਜੀ ਦੇ ਦਰ ਕਰਦੇ ਉਮੀਦਵਾਰ ਭਾਈ ਸਤਿਗੁਰ ਸਿੰਘ ਜੀ ਆਪਣੇ ਬੱਚੇ ਹੁਸਨਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੰਗਤਾਂ ਦੇ ਵਿੱਚ ਕੜਾ ਪ੍ਰਸ਼ਾਦ ਦੀਆਂ ਰੇਖਾਂ ਕਰਵਾਉਂਦੇ ਨੇ। ਜਿਸ ਭਾਵਨਾ ਨੂੰ ਲੈ ਕੇ ਸੰਗਤਾਂ ਨੇ ਰੇਖਾਂ ਕਰਵਾਈਆਂ ਸੋ ਭਾਵਨਾਵਾਂ ਸੰਪੂਰਨ ਕਰਨੀਆਂ ਜੀ। ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ। ਲੰਬੀ ਉਮਰ ਬਖਸ਼ਣੀ ਸੱਚੇ ਪਾਤਸ਼ਾਹ ਜੀ। ਵਿਦਿਆ ਦਾ ਦਾਨ ਬਖਸ਼ਣਾ ਜੀ। ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਸੰਗਤਾਂ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ। ਸੰਗਤਾਂ ਨੇ ਚੱਲੇ ਹੋਏ ਕਦਮ ਲੇਖੇ ਵਿੱਚ ਲਾਉਣੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ ਚਲਾਇਓ ਪੰਥ ਸਭ ਸਿੱਖਣ ਕੋ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲੋ ਰਾਜ ਕਰੇਗਾ ਖਾਲਸਾ ਪਾਰੋ ਸਭ ਲੇਗੇ ਵਾਹਿਗੁਰੂ ਨਾਮ ਜਹਾਨ ਜੋ ਸ਼ਰਧਾ ਕਰ ਸੇਵਨ ਜੋ ਸ਼ਰਧਾ ਕਰ ਸੇਵਨ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰ ਤਕ ਗੁਰੂ ਨਿਸਤਾਰੇ ਤੁਧ ਆਗੇ ਅਰਦਾਸ ਵਾਰੇ ਜਿਉ ਪਿੰਡ ਸਭ ਤੇਰਾ ਅਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ।
दुख समधि नूर अंसों पुरसों चटिया उलटे सच्चे पातशाह मल सतनाम श्री वाहिगुरु साहिब जियो सोरठ महला पंजवा हम संतन पीरे न प्यारे हम संतन की